हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਜਦੋਂ ਕਿਸਾਨ ਬਿੱਲ ਰਾਜ ਸਭਾ ਤੋਂ ਪਾਸ ਹੋਇਆ ਸੀ ਉਸ ਦਿਨ ਕੀ ਸਥਿਤੀ ਸੀ ਤੇ ਉਸ ਸਮੇਂ ਉੱਥੇ ਕੀ ਮਾਹੌਲ ਸੀ ਤੇ ਕਿਵੇਂ ਇਹ ਬਿੱਲ ਪਾਸ ਹੋਇਆ, ਕਿਉਂਕਿ ਹਲੇ ਵੀ ਬਹੁਤ ਸਾਰੇ ਲੋਕਾਂ ਨੂੰ ਕਿਸਾਨਾਂ ਦੇ ਇਸ ਮੁੱਦੇ ਬਾਰੇ ਚੰਗੀ ਤਰ੍ਹਾਂ ਸਮਝ ਹੀ ਨਹੀਂ ਆਈ ਤੇ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਕਿ ਕਿਸਾਨ ਐਵੇਂ ਹੀ ਰੌਲਾ ਪਾਈ ਜਾਂਦੇ ਨੇ ਜਦ ਕਿ ਬਿੱਲ ਇਹਨਾਂ ਦੇ ਪੱਖ ਦੇ ਨੇ। ਸੋ ਜੇਕਰ ਆਪਾਂ ਦੇਖੀਏ 1970 ਦੇ ਵਿੱਚ ਕਣਕ ਦਾ ਰੇਟ 76 ਰੁਪਏ ਕੁਇੰਟਲ ਸੀ ਜੋ ਕਿ 45 ਸਾਲ ਬਾਅਦ 1450 ਰੁਪਏ ਹੋ ਗਿਆ, ਮਤਲਬ ਕਿ 2015 ਦੇ ਵਿੱਚ। ਪਰ ਜੇਕਰ ਆਪਾਂ ਹੋਰ ਨੌਕਰੀਆਂ ਦੀ ਗੱਲ ਕਰੀਏ ਜਿਨ੍ਹਾਂ ਦੀ ਆਪਾਂ ਬੇਸਿਕ ਪੇ ਤੇ ਡੀਏ ਚੱਕ ਕੇ ਦੇਖੀਏ, ਮਤਲਬ ਤਨਖਾਹ ਤੇ ਮਹਿੰਗਾਈ ਭੱਤਾ, ਉਹਨਾਂ ਦਾ ਇਹੀ ਪਿਛਲੇ 45 ਸਾਲਾਂ ਦੇ ਵਿੱਚ 120 ਤੋਂ 150 ਗੁਣਾ ਵਧਿਆ ਸਰਕਾਰੀ ਮੁਲਾਜ਼ਮਾਂ ਦਾ। ਤੇ ਜੇਕਰ ਗੱਲ ਕਰੀਏ ਸਕੂਲ ਟੀਚਰ ਦੀ, ਉਹਨਾਂ ਦੀ ਤਨਖਾਹ 280 ਤੋਂ 300 ਗੁਣਾ ਜ਼ਿਆਦਾ ਵੱਧ ਗਈ ਇੰਨੇ ਟਾਈਮ ਦੇ ਵਿੱਚ। ਤੇ ਕਾਲਜ ਤੇ ਯੂਨੀਵਰਸਿਟੀਆਂ ਦੇ ਜੋ ਪ੍ਰੋਫੈਸਰ ਨੇ ਉਹਨਾਂ ਦੀ ਤਨਖਾਹ 150 ਤੋਂ 170 ਗੁਣਾ ਤੱਕ ਵਧੀ ਹੈ ਇਹ ਪਿਛਲੇ 45 ਸਾਲਾਂ ਦੇ ਵਿੱਚ। ਪਰ ਜੇਕਰ ਆਪਾਂ ਕਿਸਾਨ ਦੀ ਇਨਕਮ ਨਾਪੀਏ ਜੋ ਕਿ ਕਣਕ ਤੇ ਝੋਨੇ ਦੇ ਮੁੱਲ ਤੋਂ ਨਾਪੀ ਜਾਵੇਗੀ ਤਾਂ ਉਹ ਇਹ ਪਿਛਲੇ 45 ਸਾਲਾਂ ਦੇ ਵਿੱਚ 19 ਗੁਣਾ ਵਧੀ ਹੈ। ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਇਹ ਸਰਕਾਰੀ ਮੁਲਾਜ਼ਮਾਂ ਦੀ ਵੀ ਹੁਣ ਤੱਕ ਤਨਖਾਹ 19 ਗੁਣਾ ਹੀ ਵਧੀ ਹੁੰਦੀ ਤਾਂ ਹੁਣ ਤੱਕ ਇਹ ਕਦੋਂ ਦੇ ਨੌਕਰੀ ਛੱਡ ਚੁੱਕੇ ਹੁੰਦੇ। ਤੇ ਦੇਵੇਂਦਰ ਜੀ ਦਾ ਕਹਿਣਾ ਹੈ ਕਿ ਇਹ ਸਭ ਕੁਝ ਦੇਖਣ ਤੋਂ ਬਾਅਦ ਕਿਸਾਨ ਦਾ ਮਿਨੀਮਮ ਸਪੋਰਟ ਪ੍ਰਾਈਸ 7600 ਰੁਪਇਆ ਪ੍ਰਤੀ ਕੁਇੰਟਲ ਦਾ ਬਣਨਾ ਚਾਹੀਦਾ ਹੈ ਜੋ ਕਿ ਕਿਸਾਨ ਦਾ ਹੱਕ ਹੈ, ਜੋ ਕਿ ਸ਼ਾਇਦ ਹੀ ਕੋਈ ਸਰਕਾਰ ਦੇਵੇ। ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਲੋਕ ਸਵਾਲ ਕਰਨਗੇ ਕਿ ਇੰਨਾ ਪੈਸਾ ਕਿੱਥੋਂ ਆਵੇਗਾ, ਪਰ ਉਹ ਕਹਿੰਦੇ ਨੇ ਕਿ ਅਸੀਂ ਕਦੇ ਪੁੱਛਿਆ ਜਦੋਂ ਇੰਨਾ ਪੈਸਾ ਕਾਰਪੋਰੇਟ ਨੂੰ ਦਿੱਤਾ ਜਾਂਦਾ ਹੈ ਤਾਂ ਉਹ ਕਿੱਥੋਂ ਆਉਂਦਾ ਹੈ। ਤੇ ਤੁਹਾਨੂੰ ਦੱਸ ਦਈਏ ਕਿ ਜੋ ਸੁਪਰੀਮ ਕੋਰਟ ਦੇ ਆਫੀਸਰ ਨੇ ਉਹਨਾਂ ਨੂੰ 21000 ਕੱਪੜੇ ਧਵਾਉਣ ਦੇ ਮਿਲਦੇ ਨੇ ਹਰ ਸਾਲ ਦੇ, ਤੇ ਡਿਫੈਂਸ ਵਾਲਿਆਂ ਨੂੰ 20000 ਮਿਲਦਾ ਹਰ ਸਾਲ ਦਾ ਕੱਪੜੇ ਧਵਾਉਣ ਦਾ। ਤੇ ਉਹ ਅੱਜ ਕੱਲ ਲੜਾਈ ਕਰ ਰਹੇ ਨੇ, ਡਿਫੈਂਸ ਵਾਲੇ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਵਾਲਿਆਂ ਨੂੰ ਜ਼ਿਆਦਾ ਕਿਉਂ ਮਿਲ ਰਿਹਾ ਹੈ ਜਦ ਕਿ ਅਸੀਂ ਤਾਂ ਬਾਰਡਰ ਤੇ ਰਹਿ ਰਹੇ ਹਾਂ। ਪਰ ਇੱਥੇ ਦੇਵੇਂਦਰ ਜੀ ਦਾ ਕਹਿਣਾ ਹੈ ਕਿ ਕਿਸਾਨ ਦੇ ਕੋਲ ਕੱਪੜੇ ਨਹੀਂ ਹੁੰਦੇ ਧੋਣ ਨੂੰ। ਤੇ ਪਿਛਲੇ 70 ਸਾਲਾਂ ਵਿੱਚ ਅੱਜ ਤੱਕ ਤੁਸੀਂ ਕਦੇ ਸੁਣਿਆ ਕਿ ਕਿਸਾਨ ਦੇ ਖਰਚਿਆਂ ਵਿੱਚ 20000 ਜਾਂ 15000 ਰੁਪਇਆ ਐਡ ਕੀਤਾ ਹੈ ਉਸ ਦੇ ਕੱਪੜਿਆਂ ਲਈ। ਤੇ ਹੁਣ ਤੁਹਾਨੂੰ ਦੱਸ ਦਈਏ ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਵਿੱਚ ਕੀ ਕੀਤਾ ਜਾਂਦਾ ਹੈ, ਜੋ ਉਹ ਫਸਲ ਦੀ ਲਾਗਤ ਲੱਗਦੀ ਹੈ ਤੇ ਜੋ ਉਹ ਫੈਮਿਲੀ ਦੀ ਲੇਬਰ ਹੁੰਦੀ ਹੈ ਉਸ ਨੂੰ ਜੋੜ ਕੇ ਮਿਨੀਮਮ ਸਪੋਰਟ ਪ੍ਰਾਈਸ ਦਿੱਤਾ ਜਾਂਦਾ ਹੈ। ਤੇ ਬਹੁਤ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਤਨਖਾਹ ਤੋਂ ਬਿਨਾਂ 108 ਭੱਤੇ ਮਿਲਦੇ ਨੇ। ਸੋ ਬੇਸ਼ੱਕ ਉਹਨਾਂ ਨੂੰ ਮਿਲਣੇ ਚਾਹੀਦੇ ਨੇ, ਉਹ ਮਿਹਨਤ ਕਰਦੇ ਨੇ, ਪਰ ਕਿਸਾਨ ਨੂੰ ਕਿਉਂ ਨਹੀਂ ਮਿਲਦੇ ਇਹ ਕਦੇ ਸੋਚਿਆ? ਸੋ ਸਾਡੀਆਂ ਸਰਕਾਰਾਂ ਇਹ ਕਿਉਂ ਸੋਚ ਕੇ ਚੱਲ ਰਹੀਆਂ ਨੇ ਕਿ ਕਿਸਾਨ ਸਾਡੇ ਉੱਤੇ ਬੋਝ ਹੈ, ਪਰ ਅਸਲ ਵਿੱਚ ਇਹ ਕੁਝ ਕੁ ਚੀਜ਼ਾਂ ਕਿਸਾਨ ਦੀ MSP ਦੇ ਵਿੱਚ ਜੋੜੀਆਂ ਜਾਣੀਆਂ ਚਾਹੀਦੀਆਂ ਨੇ। ਪਰ ਇੱਥੇ ਤਾਂ ਸਰਕਾਰ MSP ਦੀ ਸ਼ੌਰਟੀ ਦੇਣ ਨੂੰ ਹੀ ਤਿਆਰ ਨਹੀਂ ਹੈ, ਬਸ ਮੂੰਹ ਜ਼ਬਾਨੀ ਕਹਿ ਦਿੰਦੇ ਨੇ ਕਿ MSP ਨਾਲ ਕੋਈ ਛੇੜਛਾੜ ਨਹੀਂ ਹੋਵੇਗੀ। ਸੋ ਜੇਕਰ ਤੁਸੀਂ ਕੋਈ ਛੇੜਛਾੜ ਕਰਨੀ ਹੀ ਨਹੀਂ ਤਾਂ ਲਿਖ ਕੇ ਦੇ ਦਿਓ। ਸੋ ਇਹ ਗੱਲਾਂ ਕਿਸਾਨ ਐਵੇਂ ਨਹੀਂ ਕਰਦਾ। ਸੋ ਕਿਸੇ ਸਮੇਂ DAP ਦਾ ਰੇਟ 485 ਸੀ, ਫਿਰ ਵੱਧ ਕੇ 1250 ਹੋ ਗਿਆ, ਤੇ ਜਦੋਂ ਲੋਕ ਰੌਲਾ ਪਾਉਣ ਲੱਗੇ ਤਾਂ ਫਿਰ ਇਹਨਾਂ ਨੇ 1080 ਦਾ ਕਰ ਦਿੱਤਾ, ਤੇ ਅੱਜ ਕਈ ਥਾਵਾਂ ਤੇ 1400 ਨੂੰ ਵੀ ਦੇਖਣ ਨੂੰ ਮਿਲੇਗਾ। ਤੇ ਬਾਕੀ ਦਵਾਈਆਂ ਦੇ ਵੀ ਰੇਟ ਇਦਾਂ ਹੀ ਵਧਦੇ ਜਾ ਰਹੇ ਨੇ। ਤੇ ਸਭ ਤੋਂ ਵੱਡੀ ਚੀਜ਼ ਡੀਜ਼ਲ ਦਾ ਰੇਟ ਤੁਸੀਂ ਕਦੇ ਦੇਖਿਆ ਹੈ? ਹਰ ਰੋਜ਼ ਵੱਧਦਾ ਹੀ ਜਾਂਦਾ ਹੈ। ਜਦੋਂ ਦਾ ਪ੍ਰਾਈਵੇਟ ਸੈਕਟਰ ਵਿੱਚ ਆਇਆ ਉਦੋਂ ਦਾ ਕੋਈ ਰੌਲਾ ਵੀ ਨਹੀਂ ਪਾਉਂਦਾ, ਤੇ ਡੀਜ਼ਲ ਤਾਂ ਹਰ ਇੱਕ ਥਾਂ ਤੇ ਚਾਹੀਦਾ ਹੀ ਚਾਹੀਦਾ ਹੈ। ਤੇ ਬਿਜਲੀ ਦੇ ਬਿੱਲਾਂ ਬਾਰੇ ਵੀ ਤੁਹਾਨੂੰ ਪਤਾ ਹੀ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਕਿਸਾਨ ਐਵੇਂ ਨਹੀਂ ਬੋਲ ਰਿਹਾ ਜਦੋਂ ਕਾਸਟ ਆਫ ਪ੍ਰੋਡਕਸ਼ਨ ਵਧ ਰਹੀ ਹੈ ਤੇ ਤੁਹਾਡੇ ਰੇਟ ਵੱਧ ਨਹੀਂ ਰਹੇ। ਸੋ ਫਿਰ ਕਿਸਾਨ ਹੁਣ ਕੀ ਕਰੇ? ਸੋ ਜੇਕਰ ਆਪਾਂ ਦੇਖੀਏ 60 ਕਰੋੜ ਕਿਸਾਨ ਨੇ ਪੂਰੇ ਭਾਰਤ ਦੇ ਵਿੱਚ, ਜੇਕਰ ਪੂਰੀ ਫੈਮਿਲੀ ਦੇ ਮੈਂਬਰ ਮਿਲਾ ਲਏ ਜਾਣ, ਪਰ ਫਿਰ ਵੀ ਕਿਸਾਨ ਦੀ ਆਵਾਜ਼ ਦਬ ਕੇ ਕਿਉਂ ਰਹਿ ਜਾਂਦੀ ਹੈ? ਸੋ ਇਸ ਦਾ ਕਾਰਨ ਇਹ ਹੈ ਕਿ ਸਾਰੇ ਕਿਸਾਨ ਵੰਡੇ ਹੋਏ ਨੇ ਆਪਣੇ ਧਰਮਾਂ ਦੇ ਹਿਸਾਬ ਨਾਲ, ਆਪਣੀਆਂ ਪੋਲੀਟੀਕਲ ਪਾਰਟੀਆਂ ਦੇ ਕਾਰਨ। ਸੋ ਇਸ ਕਰਕੇ ਇਹਨਾਂ ਦੀ ਪਾਵਰ ਤੇ ਇਹਨਾਂ ਦੀ ਤਾਕਤ ਘਟ ਜਾਂਦੀ ਹੈ। ਸੋ ਇਸ ਤਰ੍ਹਾਂ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਕਿਸਾਨ ਵੰਡੇ ਹੋਏ ਨੇ, ਤੇ ਇਹੀ ਪਾਰਟੀਆਂ ਜਾਣਦੀਆਂ ਨੇ ਕਿ ਕਿਸਾਨ ਕਦੇ ਵੀ ਇਕੱਠੇ ਨਹੀਂ ਹੋ ਸਕਦੇ। ਸੋ ਇਸ ਕਰਕੇ ਉਹ ਇਹਨਾਂ ਦਾ ਫਾਇਦਾ ਲੈਂਦੇ ਨੇ ਆਪਣੇ ਆਪ ਨੂੰ ਅੱਗੇ ਲਿਜਾਣ ਲਈ। ਸੋ ਇਹ ਚੀਜ਼ ਵਿੱਚ ਕਿਸਾਨ ਆਪ ਵੀ ਦੋਸ਼ੀ ਹੈ, ਉਹ ਕਦੇ ਵੀ ਕਿਸਾਨੀ ਨਾਲ ਆਪਣੀ ਪਾਰਟੀ ਤੋਂ ਹਟ ਕੇ ਨਹੀਂ ਖੜਿਆ। ਸੋ ਇਸ ਕਰਕੇ ਹੀ ਕਿਸਾਨ ਨੂੰ ਹਮੇਸ਼ਾ ਅਣਦੇਖਿਆ ਕਰਿਆ ਜਾਂਦਾ ਹੈ। ਸੋ ਕੁੱਲ ਮਿਲਾ ਕੇ ਸਰਕਾਰਾਂ ਲਈ ਕਿਸਾਨ ਦੇ ਦੋ ਹੀ ਉਪਯੋਗ ਨੇ, ਇੱਕ ਤਾਂ ਵੋਟ ਬੈਂਕ ਤੇ ਦੂਜਾ ਲੈਂਡ ਬੈਂਕ। ਮਤਲਬ ਜਾਂ ਫਿਰ ਵੋਟ ਲਓ ਇਹਨਾਂ ਤੋਂ ਜਾਂ ਫਿਰ ਇਹਨਾਂ ਦੀ ਜ਼ਮੀਨ ਲਓ, ਤੇ ਸੱਚ ਜਾਣਿਓ ਹੋਰ ਕੋਈ ਮਤਲਬ ਨਹੀਂ ਇਹਨਾਂ ਨੂੰ। ਤੇ ਜੇਕਰ ਗੱਲ ਕਰੀਏ ਪਰਾਲੀ ਦੀ, ਤਾਂ ਪਰਾਲੀ ਦਾ ਧੂਆਂ ਬਹੁਤ ਛੇਤੀ ਪਹੁੰਚ ਜਾਂਦਾ ਦਿੱਲੀ। ਉਹ ਗੱਲ ਵੱਖਰੀ ਹੈ ਕਿ ਧਰਨੇ ਦੀ ਆਵਾਜ਼ ਨਹੀਂ ਜਾਂਦੀ। ਤੇ ਆਪਣੇ ਪੰਜਾਬ ਦੇ ਮੁੱਖ ਮੰਤਰੀ
ਮੰਤਰੀ ਨੇ ਸੈਂਟਰ ਗਵਰਨਮੈਂਟ ਨੂੰ ਕਿਹਾ ਸੀ ਕਿ ਤੁਸੀਂ ਸਾਨੂੰ 100 ਰੁਪਿਆ ਪ੍ਰਤੀ ਕੁਆਂਟਲ ਦੇ ਪਿੱਛੇ ਦਿਓ, ਅਸੀਂ ਪਰਾਲੀ ਦਾ ਹੱਲ ਕਰਾਂਗੇ, ਜੋ ਕਿ ਕੁੱਲ ਮਿਲਾ ਕੇ 2000 ਕਰੋੜ ਦੇ ਨੇੜੇ ਤੇੜੇ ਬਣਨਗੇ। ਪਰ ਸੈਂਟਰ ਗਵਰਨਮੈਂਟ ਨੇ ਕਿਹਾ ਕਿ ਸਾਡੇ ਕੋਲ 2000 ਕਰੋੜ ਨਹੀਂ ਹੈ ਤੁਹਾਨੂੰ ਦੇਣ ਲਈ। ਵੈਸੇ ਇਹ ਪੈਸੇ ਕੋਈ ਜ਼ਿਆਦਾ ਪੈਸੇ ਨਹੀਂ ਹੈ। ਸੋ ਜਿਸ ਦਿਨ ਸਰਕਾਰ ਨੇ ਇਹ ਪੈਸੇ ਦੇਣ ਤੋਂ ਇਨਕਾਰ ਕੀਤਾ ਸੀ, ਉਸ ਦਿਨ ਹੀ ਸਰਕਾਰ ਨੇ 1% ਡੀਏ ਵਧਾਇਆ ਸੀ EMPLOYEES ਦਾ, ਜਿਸ ਦੇ ਵਿੱਚ 3000 ਕਰੋੜ ਰੁਪਏ ਲੱਗੇ। ਸੋ ਹੁਣ ਸੋਚਣ ਵਾਲੀ ਗੱਲ ਹੈ ਕਿ 1% ਡੀਏ ਜ਼ਰੂਰੀ ਸੀ ਜਾਂ ਫਿਰ ਪਰਾਲੀ ਤੋਂ ਆਉਣ ਵਾਲਾ ਧੂਆਂ ਰੋਕਣਾ ਜ਼ਰੂਰੀ ਸੀ। ਸੋ ਸਰਕਾਰਾਂ ਇਹ ਮੰਨ ਕੇ ਚੱਲਦੀਆਂ ਨੇ ਕਿ ਕਿਸਾਨ ਆਪਣੀਆਂ ਸਾਰੀਆਂ ਮੁਸ਼ਕਲਾਂ ਆਪ ਹੀ ਹੱਲ ਕਰੇਗਾ, ਸਾਡਾ ਕੰਮ ਬਿਜ਼ਨਸ ਵਾਲੇ ਬੰਦਿਆਂ ਨੂੰ ਸੰਭਾਲਣਾ ਹੈ। ਤੇ ਇਕਨੋਮਿਕ ਐਡਵਾਈਜ਼ਰ ਇਹ ਕਹਿੰਦੇ ਨੇ ਕਿ ਕਾਰਪੋਰੇਟ ਦਾ ਕਰਜ਼ਾ ਮਾਫ ਕਰਨ ਨਾਲ ਦੇਸ਼ ਦੀ ਗਰੋਥ ਹੁੰਦੀ ਹੈ ਤੇ ਕਿਸਾਨ ਦਾ ਕਰਜ਼ਾ ਮਾਫ ਕਰਨ ਨਾਲ ਦੇਸ਼ ਤੇ ਭਾਰ ਪੈਂਦਾ ਹੈ। ਸੋ ਇਹ ਇਹਨਾਂ ਦਾ ਮਾਡਲ ਹੈ। ਸੋ ਕਦੇ ਵੀ ਕਾਰਪੋਰੇਟ ਵਾਲੇ ਬੰਦੇ ਨੇ ਜਿਹਨੇ ਲੋਨ ਲਿਆ ਹੋਵੇ ਤੇ ਉਹ ਨਾ ਭਰੇ ਤੇ ਉਸ ਦੇ ਕਦੇ ਵੀ ਲਿਵਿੰਗ ਸਟਾਈਲ ਵਿੱਚ ਤੁਸੀਂ ਫਰਕ ਨਹੀਂ ਦੇਖਿਆ ਹੋਵੇਗਾ। ਉਸ ਦੇ ਕੋਲ ਉਵੇਂ ਹੀ ਬੰਗਲਾ ਹੁੰਦਾ ਹੈ, ਉਵੇਂ ਹੀ ਉਹਦੇ ਕੋਲ ਗੱਡੀਆਂ ਹੁੰਦੀਆਂ ਨੇ। ਤੇ ਜੇਕਰ ਕੋਈ ਬਹੁਤਾ ਵੱਡਾ ਜ਼ਿਆਦਾ ਹੀ ਘਪਲਾ ਕਰ ਜਾਵੇ ਤਾਂ ਉਹ ਦੇਸ਼ ਤੋਂ ਹੀ ਬਾਹਰ ਲੰਘ ਜਾਂਦਾ ਹੈ। ਪਰ ਜੇਕਰ ਕਿਸਾਨ ਦੇ ਉੱਪਰ ਲੱਖ ਰੁਪਈਆ ਕਰਜ਼ਾ ਵੀ ਹੋਵੇ ਤਾਂ ਉਸ ਦਾ ਬਹੁਤ ਬੁਰਾ ਹਾਲ ਹੁੰਦਾ ਹੈ, ਉਸ ਨੂੰ ਨੋਟਿਸ ਵੀ ਭੇਜੇ ਜਾਂਦੇ ਨੇ। ਸੋ ਜੇਕਰ ਕਿਸਾਨ ਦੇ ਲਈ ਇਹ ਮਾਡਲ ਹੈ ਕਿ ਉਸ ਨੂੰ ਜੇਲ੍ਹ ਹੋਵੇਗੀ ਜੇਕਰ ਉਸਨੇ ਕਰਜ਼ਾ ਨਾ ਮੋੜਿਆ, ਤਾਂ ਕਾਰਪੋਰੇਟ ਨੂੰ ਵੀ ਹੋਣੀ ਚਾਹੀਦੀ ਹੈ। ਜੇਕਰ ਬਿਜ਼ਨਸਮੈਨਾਂ ਨੂੰ ਨਹੀਂ ਹੁੰਦੀ ਤਾਂ ਕਿਸਾਨ ਨੂੰ ਵੀ ਨਹੀਂ ਹੋਣੀ ਚਾਹੀਦੀ। ਸੋ ਪਹਿਲੀ ਗੱਲ ਤਾਂ ਪੂਰੀ ਦੁਨੀਆ ਵਿੱਚ ਕੱਲਾ ਪੰਜਾਬ ਹੀ ਇਦਾਂ ਦਾ ਜਿਹਦੀ 98% ਭੂਮੀ ਨੂੰ ਪਾਣੀ ਲੱਗਦਾ ਹੈ ਤੇ ਪੂਰੀ ਦੁਨੀਆ ਵਿੱਚੋਂ ਸਭ ਤੋਂ ਜ਼ਿਆਦਾ ਕਣਕ, ਮੱਕੀ ਤੇ ਝੋਨੇ ਦੀ ਪ੍ਰੋਡਕਟਿਵਿਟੀ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਹੁੰਦੀ ਹੈ। ਸੋ ਇਹ ਟੌਪ ਕਰਦਾ ਹੈ ਪੂਰੀ ਦੁਨੀਆ ਦੇ ਵਿੱਚ। ਪਰ ਫਿਰ ਵੀ ਪੰਜਾਬ ਦੇ ਕਿਸਾਨ ਦਾ ਬੁਰਾ ਹਾਲ ਹੈ ਤੇ 2000 ਸਨ ਤੋਂ ਲੈ ਕੇ 2017 ਦੇ ਵਿੱਚ 16600 ਤੋਂ ਵੱਧ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ। ਸੋ ਇਹਨਾਂ ਦੇ ਰੂਲ ਬਹੁਤ ਅਜੀਬ ਨੇ। ਜੇਕਰ ਕੋਈ ਕਿਸਾਨ ਆਪਣੀ ਫਸਲ ਦਾ ਬੀਮਾ ਕਰਾਉਂਦਾ ਹੈ ਤਾਂ ਜਦੋਂ ਉਸ ਦੀ ਫਸਲ ਖਰਾਬ ਹੁੰਦੀ ਹੈ ਤਾਂ ਉਸ ਸਮੇਂ ਅਧਿਕਾਰੀ ਆ ਕੇ ਕਹਿੰਦਾ ਹੈ ਕਿ ਤੁਹਾਨੂੰ ਮੁਆਵਜ਼ਾ ਤਾਂ ਮਿਲੇਗਾ ਜੇਕਰ ਤੁਹਾਡੇ ਨਾਲ ਦੀ ਹੋਰ ਲੋਕਾਂ ਦੀ ਜਾਂ ਪੂਰੇ ਪਿੰਡ ਦੀ ਫਸਲ ਖਰਾਬ ਹੋਈ ਹੋਵੇ। ਸੋ ਇਹ ਤਾਂ ਉਹ ਗੱਲ ਕਰਦੇ ਨੇ ਕਿ ਜੇਕਰ ਬੰਦੇ ਨੇ ਆਪਣਾ ਬੀਮਾ ਕਰਾਇਆ ਹੋਵੇ ਤੇ ਕੀ ਉਹ ਆ ਕੇ ਕਹਿਣਗੇ ਕਿ ਪੂਰਾ ਪਿੰਡ ਮਰੂਗਾ ਜਾਂ ਫਿਰ ਤੁਹਾਡੇ ਨਾਲ ਦੇ ਬੰਦੇ ਮਰਨਗੇ ਤਾਂ ਅਸੀਂ ਤੁਹਾਨੂੰ ਮੁਆਵਜ਼ਾ ਦੇਵਾਂਗੇ। ਸੋ ਕਿਸਾਨ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਪੂਰੇ ਪਿੰਡ ਦੀ ਫਸਲ ਖਰਾਬ ਹੋਈ ਹੈ ਤਾਂ ਤੁਹਾਨੂੰ ਮੁਆਵਜ਼ਾ ਮਿਲੇਗਾ ਤੇ ਜੇਕਰ ਪਿੰਡ ਦੀ ਫਸਲ ਖਰਾਬ ਨਹੀਂ ਹੋਈ ਤਾਂ ਫਿਰ ਤੁਹਾਨੂੰ ਮੁਆਵਜ਼ਾ ਨਹੀਂ ਮਿਲੇਗਾ। ਸੋ ਜੇਕਰ ਦੇਖਿਆ ਜਾਵੇ ਕਿਤੇ ਕਿਤੇ ਕਿਸਾਨ ਤਰੱਕੀ ਵੀ ਕਰ ਰਹੇ ਨੇ ਤੇ ਬਹੁਤ ਸਾਰੇ ਸ਼ਹਿਰ ਦੇ ਐਜੂਕੇਟਡ ਲੋਕ ਵੀ ਕਿਸਾਨੀ ਦੇ ਵਿੱਚ ਆ ਰਹੇ ਨੇ, ਪਰ ਫਿਰ ਵੀ ਕਿਸਾਨੀ ਦਾ ਗ੍ਰਾਫ ਥੱਲੇ ਨੂੰ ਆ ਰਿਹਾ ਹੈ ਨਾ ਕਿ ਉੱਪਰ ਨੂੰ। ਬੇਸ਼ੱਕ ਕੁਝ ਕੁ ਬੰਦਿਆਂ ਨੂੰ ਫਾਇਦਾ ਹੋ ਰਿਹਾ ਹੋਵੇ ਪਰ ਟੋਟਲ ਮਿਲਾ ਕੇ ਐਵਰੇਜ ਘਟਦੀ ਹੀ ਜਾ ਰਹੀ ਹੈ। ਸੋ ਅਮਰੀਕਾ ਦੇ ਵਿੱਚ ਜੇਕਰ ਤੁਸੀਂ ਡੈਰੀ ਫਾਰਮ ਦੇਖਦੇ ਹੋ ਤਾਂ ਉਹ ਬਹੁਤ ਹੀ ਮਾਡਰਨ ਹੈ, ਉੱਥੇ ਹਰ ਇੱਕ ਚੀਜ਼ ਦੀ ਸਹੂਲਤ ਹੈ, ਆਪਣੇ ਨਾਲੋਂ ਬਹੁਤ ਹੀ ਜ਼ਿਆਦਾ ਅੱਗੇ ਨੇ। ਪਰ ਪਿਛਲੇ ਕੁਝ ਕੁ ਮਹੀਨਿਆਂ ਵਿੱਚ ਇੱਕ ਕਿਸਾਨ ਨੇ, ਡੈਰੀ ਫਾਰਮਰ ਨੇ ਆਤਮ ਹੱਤਿਆ ਕਰ ਲਈ। ਪਹਿਲਾਂ ਤਾਂ ਉਸਨੇ ਆਪਣੀਆਂ 51 ਗਾਵਾਂ ਨੂੰ ਗੋਲੀ ਮਾਰੀ ਤੇ ਉਸ ਤੋਂ ਬਾਅਦ ਫਿਰ ਉਸਨੇ ਆਪਣੇ ਆਪ ਨੂੰ ਮਾਰ ਲਈ। ਸੋ ਅੱਜ ਇਹ ਹਾਲਤ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ 17000 ਤੋਂ ਵੱਧ ਛੋਟੇ ਡੈਰੀ ਫਾਰਮ ਬੰਦ ਹੋ ਗਏ ਨੇ ਤੇ ਇੰਗਲੈਂਡ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ 3000 ਡੈਰੀ ਫਾਰਮ ਬੰਦ ਹੋ ਗਏ ਨੇ। ਸੋ ਇਹ ਕਿਉਂ ਹੋ ਰਿਹਾ ਹੈ? ਕਿਉਂਕਿ ਉਹਨਾਂ ਨੂੰ ਸਹੀ ਪ੍ਰਾਈਸ ਨਹੀਂ ਮਿਲ ਰਿਹਾ, ਸਹੀ ਰੇਟ ਨਹੀਂ ਮਿਲ ਰਹੇ। ਸੋ ਜੇਕਰ ਸਹੀ ਰੇਟ ਮਿਲਣਗੇ ਤਾਂ ਕਿਹਦਾ ਜੀ ਕਰਦਾ ਹੈ ਕਿ ਉਹ ਆਪਣਾ ਕੰਮ ਧੰਦਾ ਬੰਦ ਕਰ ਦੇਵੇ। ਸੋ ਦਵਿੰਦਰ ਸ਼ਰਮਾ ਜੀ ਦਾ ਕਹਿਣਾ ਹੈ ਕਿ ਸਾਡੀ ਸੋਚ ਇਹ ਹੋਣੀ ਚਾਹੀਦੀ ਹੈ ਕਿ ਘੱਟ ਤੋਂ ਘੱਟ ਕਿਸਾਨ ਨੂੰ 18000 ਰੁਪਏ ਪ੍ਰਤੀ ਮਹੀਨਾ ਕਿਵੇਂ ਦਵਾ ਸਕਦੇ ਹਾਂ ਅਸੀਂ। ਸੋ ਉਹਨਾਂ ਦਾ ਕਹਿਣਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਚੈੱਕ ਕੱਟ ਕੇ ਦੇ ਦਿਓ ਕਿਸਾਨ ਨੂੰ। ਸੋ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਦੀ ਸਟੇਟ ਦੇ ਹਿਸਾਬ ਦੇ ਨਾਲ ਜਿੰਨੀ ਉਹਨਾਂ ਦੀ ਐਵਰੇਜ ਇਨਕਮ ਬਣਦੀ ਹੈ, ਬੇਸ਼ੱਕ ਉਹ 10000 ਬਣਦੀ ਹੋਵੇ ਜਾਂ 12000 ਬਣਦੀ ਹੋਵੇ, ਤਾਂ ਉਸ ਦੇ ਉੱਪਰ 6000 ਸਟੇਟ ਦੇਵੇ। ਸੋ ਇੱਥੇ ਹੁਣ ਇਹ ਕੋਈ ਨਾ ਕਹੇ ਕਿ ਇੰਨਾ ਪੈਸਾ ਦੇਸ਼ ਕੋਲ ਨਹੀਂ ਹੈ। ਸੋ ਇਹ ਦੇਸ਼ ਨੇ ਕਾਰਪੋਰੇਟਸ ਦੇ ਪਿਛਲੇ 14 ਸਾਲ ਦੇ ਵਿੱਚ 55 ਲੱਖ ਕਰੋੜ ਦੇ ਕਰਜ਼ੇ ਮਾਫ ਕੀਤੇ ਨੇ, ਜੋ 110 ਸਾਲ ਦੀ ਗਰੀਬੀ ਮਿਟਾ ਸਕਦੇ ਸੀ। ਮਤਲਬ ਦੇਸ਼ ਕੋਲ ਪੈਸਾ ਹੈ ਸੀ, ਪਰ ਜਿਨ੍ਹਾਂ ਤੋਂ ਲੈਣਾ ਚਾਹੀਦਾ ਸੀ ਉਹਨਾਂ ਤੋਂ ਨਹੀਂ ਲਿਆ, ਜਿਨ੍ਹਾਂ ਨੂੰ ਦੇਣਾ ਚਾਹੀਦਾ ਸੀ ਉਹਨਾਂ ਨੂੰ ਨਹੀਂ ਦਿੱਤਾ ਗਿਆ। ਸੋ ਕਹਿਣ ਦਾ ਭਾਵ ਹੈ ਕਿ ਪੈਸੇ ਦੀ ਕੋਈ ਕਮੀ ਨਹੀਂ ਹੈ। ਤੇ ਜਿਨ੍ਹਾਂ ਨੇ ਉਸ ਦਿਨ ਇਸ ਬਿੱਲ ਦਾ ਵਿਰੋਧ ਕੀਤਾ ਉਹਨਾਂ ਵਿੱਚੋਂ ਕੁਝ ਐਮਪੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਕੁਝ ਪ੍ਰੋਟੈਸਟ ਤੇ ਬੈਠੇ ਨੇ। ਸੋ 20 ਸਤੰਬਰ 2020 ਦੀ ਸਵੇਰ ਨੂੰ 9:39 ਤੇ ਮਿਨਿਸਟਰ ਆਫ ਐਗਰੀਕਲਚਰ ਨਰਿੰਦਰ ਤੋਮਰ ਇਸ ਬਿੱਲ ਦੀ ਸ਼ੁਰੂਆਤ ਕਰਦੇ ਨੇ ਤੇ ਜਿਸ ਤੋਂ ਬਾਅਦ ਇਸ ਬਿੱਲ ਤੇ ਬਹੁਤ ਬਹਿਸ ਹੋਈ ਤੇ ਦੂਜੀਆਂ ਪਾਰਟੀਆਂ ਨੇ ਇਸ ਦਾ ਵਿਰੋਧ ਵੀ ਕੀਤਾ। ਪਰ ਇਹਨਾਂ ਦਾ ਕਹਿਣਾ ਸੀ ਕਿ ਇਹ ਬਿੱਲ ਬਹੁਤ ਹੀ ਇਤਿਹਾਸਿਕ ਹੈ ਕਿਸਾਨਾਂ ਦੀ ਜ਼ਿੰਦਗੀ ਲਈ ਤੇ ਇਹ ਇਹਨਾਂ ਦੀ ਜ਼ਿੰਦਗੀ ਬਦਲ ਦੇਣਗੇ ਤੇ ਇਹਨਾਂ ਦਾ ਐਮਐਸਪੀ ਦੇ ਨਾਲ
ਨਾਲ ਕੋਈ ਲੈਣਾ ਦੇਣਾ ਨਹੀਂ, ਜਦ ਕਿ ਇਸ ਚੀਜ਼ ਕਾਰਨ ਹੀ ਪ੍ਰੋਟੈਸਟ ਚੱਲ ਰਹੇ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ। ਤੇ ਜੇਕਰ ਤੁਹਾਨੂੰ ਉਸ ਬਾਰੇ ਪੂਰੀ ਨੌਲੇਜ ਨਹੀਂ ਤਾਂ ਸਾਡੀ ਪਹਿਲੀ ਵੀਡੀਓ ਜ਼ਰੂਰ ਦੇਖ ਲਿਓ। ਤੇ ਇਹ ਮਸਲੇ ਤੇ ਲਗਾਤਾਰ ਬਹਿਸ ਹੁੰਦੀ ਗਈ ਤੇ ਹੁਣ ਰਾਜ ਸਭਾ ਦੇ ਸੈਸ਼ਨ ਦਾ ਖਤਮ ਹੋਣ ਦਾ ਸਮਾਂ 1 ਵਜੇ ਦਾ ਸੀ, ਪਰ ਡਿਪਟੀ ਚੇਅਰਮੈਨ ਹਰੀਵੰਸ਼ ਜੀ ਨੇ ਕਿਹਾ ਕਿ ਆਪਾਂ ਇਹ ਸੈਸ਼ਨ ਨੂੰ ਉਦੋਂ ਤੱਕ ਚਾਲੂ ਰੱਖਦੇ ਹਾਂ ਜਦੋਂ ਤੱਕ ਇਸ ਬਿੱਲ ਦਾ ਕੋਈ ਹੱਲ ਨਹੀਂ ਨਿਕਲਦਾ। ਤੇ ਇਹ ਗੱਲ ਸੁਣ ਕੇ ਦੂਜੀ ਪਾਰਟੀ ਦੇ ਐਮਪੀਜ਼ ਨੇ ਰੌਲਾ ਪਾਇਆ ਕਿ ਇਸ ਬਿੱਲ ਨੂੰ 21 ਤਰੀਕ ਨੂੰ ਸੋਲਵ ਕਰ ਲਿਆ ਜਾਵੇ, ਮਤਲਬ ਕਿ ਅਗਲੇ ਦਿਨ। ਇੰਨੀ ਕੀ ਕਾਲੀ ਹੈ ਕਿ ਇਸ ਨੂੰ ਅੱਜ ਹੀ ਹੱਲ ਕਰਨਾ ਹੈ, ਤੇ ਜਿਸ ਤੋਂ ਉਹਨਾਂ ਨੂੰ ਅੰਦਾਜ਼ਾ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਅੱਜ ਇਸ ਨੂੰ ਪਾਸ ਕੀਤਾ ਹੀ ਜਾਵੇਗਾ। ਵੈਸੇ ਪਰੰਪਰਾ ਇਹ ਹੈ ਕਿ ਸਭ ਦੀ ਰਾਏ ਲਈ ਜਾਂਦੀ ਹੈ ਕਿ ਇਹ ਸੈਸ਼ਨ ਨੂੰ ਚੱਲਦੇ ਹੀ ਰੱਖਣਾ ਹੈ ਜਾਂ ਫਿਰ ਕੱਲ ਦੀ ਡੇਟ ਤੇ ਰੱਖਣਾ ਹੈ, ਪਰ ਇਹ ਸੈਸ਼ਨ ਚੱਲਦਾ ਰਿਹਾ। ਤੇ ਫਿਰ 1:39 ਤੇ ਡਿਪਟੀ ਪਰਸਨ ਨੇ ਵੌਇਸ ਵੋਟ ਲਿਆ ਰਾਜ ਸਭਾ ਤੋਂ, ਇਹ ਜਾਣਨ ਲਈ ਕਿ ਕਿੰਨੇ ਲੋਕ ਇਸ ਬਿੱਲ ਦੇ ਵਿਰੋਧੀ ਨੇ ਤੇ ਕਿੰਨੇ ਇਸ ਦੇ ਪੱਖ ਵਿੱਚ ਨੇ। ਸੋ ਵੌਇਸ ਵੋਟ ਇੱਕ VOTING ਦਾ ਤਰੀਕਾ ਹੈ ਜਿਸ ਵਿੱਚ ਆਵਾਜ਼ ਸੁਣ ਕੇ ਰਿਜ਼ਲਟ ਤੈਅ ਕੀਤਾ ਜਾਂਦਾ ਹੈ, ਜਿਸ ਵਿੱਚ ਸਪੀਕਰ ਰਾਜ ਸਭਾ ਦੇ ਐਮਪੀਆਂ ਤੋਂ ਪੁੱਛਦਾ ਹੈ ਕਿ ਕਿੰਨੇ ਐਮਪੀ ਇਸ ਬਿੱਲ ਦੇ ਪੱਖ ਵਿੱਚ ਨੇ, ਤੇ ਜਿਹੜੇ ਐਮਪੀ ਇਸ ਬਿੱਲ ਦੇ ਪੱਖ ਵਿੱਚ ਹੋਣਗੇ ਉਹ ਰੌਲਾ ਪਾ ਕੇ ਆਏ ਬੋਲਣਗੇ, ਤੇ ਜੋ ਇਹ ਬਿੱਲ ਨੂੰ ਵਿਰੋਧ ਕਰਦੇ ਨੇ ਉਹ ਰੌਲਾ ਪਾ ਕੇ ਨੋ ਬੋਲਣਗੇ। ਤੇ ਜਿਸ ਤੋਂ ਬਾਅਦ ਸਪੀਕਰ ਫਿਰ ਦੋਨਾਂ ਆਵਾਜ਼ਾਂ ਨੂੰ ਸੁਣਦੇ ਨੇ ਤੇ ਫਿਰ ਉਹ ਡਿਸਾਈਡ ਕਰਦੇ ਨੇ ਕਿ ਕਿਹੜੀ ਆਵਾਜ਼ ਉਹਨਾਂ ਨੂੰ ਸਭ ਤੋਂ ਜ਼ਿਆਦਾ ਲੱਗੀ, ਉੱਚੀ ਲੱਗੀ, ਤੇ ਇਸ ਬੇਸ ਤੇ ਫਿਰ ਡਿਸੀਜਨ ਲਿਆ ਜਾਂਦਾ ਹੈ। ਤੇ ਫਿਰ ਉਹਨਾਂ ਦਾ ਕਹਿਣਾ ਸੀ ਕਿ ਆਏ ਦੀ ਆਵਾਜ਼ ਜ਼ਿਆਦਾ ਆ ਰਹੀ ਸੀ, ਸੋ ਇਸ ਕਰਕੇ ਆਏ ਵਾਲੇ ਲੋਕ ਜ਼ਿਆਦਾ ਨੇ, ਇਸ ਕਰਕੇ ਇਹ ਬਿੱਲ ਨੂੰ ਪਾਸ ਕਰ ਦੇਣਾ ਚਾਹੀਦਾ ਹੈ। ਸੋ ਬਹੁਤ ਹੀ ਅਜੀਬ ਤਰੀਕਾ ਹੈ ਬਿੱਲ ਪਾਸ ਕਰਨ ਦਾ। ਸੋ ਇਹ ਚੀਜ਼ ਤਾਂ ਕੁੱਲ ਮਿਲਾ ਕੇ ਸਪੀਕਰ ਦੇ ਉੱਤੇ ਹੈ ਕਿ ਉਸ ਨੂੰ ਆਏ ਜ਼ਿਆਦਾ ਸੁਣਿਆ ਜਾਂ ਨੋ ਜ਼ਿਆਦਾ ਸੁਣਿਆ। ਵੈਸੇ ਇਹ ਤਰੀਕਾ ਉਦੋਂ ਵਰਤਿਆ ਜਾਂਦਾ ਹੈ ਜਦੋਂ 90% ਲੋਕ ਇੱਕ ਪਾਸੇ ਹੋਣ ਤੇ 10% ਇੱਕ ਪਾਸੇ, ਤੇ ਉਸ ਵਕਤ VOTING ਲਈ ਜ਼ਿਆਦਾ ਸਮਾਂ ਨਾ ਖਰਾਬ ਕਰਨ ਲਈ ਇਸ ਤਰੀਕੇ ਨੂੰ ਵਰਤਿਆ ਜਾਂਦਾ ਹੈ ਤਾਂ ਜੋ ਸਾਰੇ ਜਣੇ ਸੁਣ ਸਕਣ ਤੇ ਰਿਜ਼ਲਟ ਸਾਹਮਣੇ ਆ ਸਕੇ। ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ 60 ਜਾਂ 40% ਦਾ ਮੁਕਾਬਲਾ ਹੁੰਦਾ ਹੈ ਤਾਂ ਸਪੀਕਰ ਕਿਵੇਂ ਦੱਸ ਸਕਦਾ ਹੈ ਕਿ ਆਏ ਵਾਲੇ ਲੋਕ ਜ਼ਿਆਦਾ ਸੀ ਜਾਂ ਨੋ ਵਾਲੇ। ਸੋ ਅਜਿਹੇ ਮੁੱਦਿਆਂ ਲਈ ਇੱਕ ਹੋਰ ਵੀ ਫੈਸਿਲਿਟੀ ਦਿੱਤੀ ਗਈ ਹੈ। ਰਾਜ ਸਭਾ ਦੀ ਰੂਲ ਬੁੱਕ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਰਾਜ ਸਭਾ ਦੇ ਕਿਸੇ ਵੀ ਮੈਂਬਰ ਨੂੰ ਇਹ ਲੱਗੇ ਕਿ ਵੌਇਸ ਵੋਟ ਸਹੀ ਨਹੀਂ ਹੈ ਤਾਂ ਰਾਜ ਸਭਾ ਦਾ ਕੋਈ ਵੀ ਮੈਂਬਰ ਡਿਮਾਂਡ ਕਰ ਸਕਦਾ ਹੈ ਕਿ ਵੌਇਸ ਵੋਟ ਨਹੀਂ, ਡਿਵੀਜ਼ਨ ਹੋਣਾ ਚਾਹੀਦਾ ਹੈ। ਸੋ ਡਿਵੀਜ਼ਨ ਕੀ ਹੁੰਦਾ ਹੈ? ਸੋ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 4 ਤਰ੍ਹਾਂ ਦੇ ਤਰੀਕੇ ਹੁੰਦੇ ਨੇ ਰਾਜ ਸਭਾ ਦੇ ਵਿੱਚ VOTING ਕਰਨ ਦੇ, ਜਿਨ੍ਹਾਂ ਵਿੱਚੋਂ ਪਹਿਲਾ ਹੈ ਵੌਇਸ ਵੋਟ, ਤੇ ਦੂਜਾ ਕਾਊਂਟਿੰਗ ਜਿਹਦੇ ਵਿੱਚ ਹੱਥ ਖੜੇ ਕਰਾਏ ਜਾਂਦੇ ਨੇ ਤੇ ਉਹਨਾਂ ਨੂੰ ਗਿਣਿਆ ਜਾਂਦਾ ਹੈ, ਤੇ ਤੀਜਾ ਡਿਵੀਜ਼ਨ ਬਾਈ ਆਟੋਮੈਟਿਕ ਵੋਟ ਰਿਕਾਰਡਰ, ਤੇ ਚੌਥਾ ਡਿਵੀਜ਼ਨ ਬਾਈ ਗੋਇੰਗ ਇਨਟੂ ਦਾ ਲੌਬੀਜ਼। ਮਤਲਬ ਇਹ ਤੀਜਾ ਤੇ ਚੌਥਾ ਤਰੀਕਾ ਡਿਵੀਜ਼ਨ ਹੁੰਦਾ ਹੈ ਤੇ ਇਸ ਦੇ ਵਿੱਚ ਪਰਮਾਨੈਂਟ ਰਿਕਾਰਡ ਰੱਖਿਆ ਜਾਂਦਾ ਹੈ ਕਿ ਕਿੰਨੇ ਐਮਪੀਆਂ ਨੇ ਇਸ ਦੇ ਪੱਖ ਵਿੱਚ ਵੋਟ ਕੀਤਾ ਹੈ ਤੇ ਕਿੰਨਿਆਂ ਨੇ ਇਸ ਦੇ ਵਿਰੋਧ ਵਿੱਚ। ਤੇ ਪਹਿਲੇ ਦੋ ਵਿੱਚ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ, ਤੇ ਵੌਇਸ ਵਿੱਚ ਤਾਂ ਇਹ ਦੱਸਣਾ ਹੀ ਮੁਸ਼ਕਲ ਹੈ ਕਿ ਕੌਣ ਹਾਂ ਬੋਲ ਰਿਹਾ ਹੈ ਤੇ ਕੌਣ ਨਾ, ਤੇ ਕਾਊਂਟਿੰਗ ਦੇ ਵਿੱਚ ਵੀ ਗਲਤੀ ਹੋ ਸਕਦੀ ਹੈ। ਤੇ ਡਿਵੀਜ਼ਨ ਦੇ ਦੋ ਤਰੀਕੇ ਨੇ, ਇਹ ਤੁਹਾਨੂੰ ਪਤਾ ਲੱਗ ਗਿਆ, ਜਿਸ ਵਿੱਚ ਇੱਕ ਤਾਂ ਆਟੋਮੈਟਿਕ ਬਟਨ ਦਬਾਇਆ ਜਾਂਦਾ ਹੈ ਜੋ ਕਿ ਸਕਰੀਨ ਵਿੱਚ ਦਿਖਾਈ ਦਿੰਦਾ ਹੈ ਕਿ ਕਿੰਨਿਆਂ ਨੇ ਯੈਸ ਦੱਬਿਆ ਤੇ ਕਿੰਨਿਆਂ ਨੇ ਨੋ ਦੱਬਿਆ, ਤੇ ਦੂਜਾ ਤਰੀਕਾ ਲੌਬੀਜ਼ ਦੇ ਵਿੱਚ ਜਾ ਕੇ ਵੋਟ ਰਿਕਾਰਡ ਕਰਨ ਦਾ। ਸੋ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਰਾਜ ਸਭਾ ਦੀ ਰੂਲ ਬੁੱਕ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਮੈਂਬਰ ਕਹਿੰਦਾ ਕਿ ਸਾਨੂੰ ਵੌਇਸ ਵੋਟ ਨਹੀਂ ਕਰਨੀ, ਅਸੀਂ ਡਿਵੀਜ਼ਨ ਕਰਾਉਣੀ ਚਾਹੁੰਦੇ ਹਾਂ, ਬੇਸ਼ੱਕ ਉਹ ਕੋਈ ਸਿੰਗਲ ਪਰਸਨ ਕਹੇ, ਤਾਂ ਚੇਅਰਮੈਨ ਨੂੰ ਸੁਣਨਾ ਹੀ ਪਵੇਗਾ। ਸੋ ਇਸ ਸਮੇਂ ਵੀ ਇਹ ਆਵਾਜ਼ ਉਠਾਈ ਗਈ ਸੀ ਆਪੋਜੀਟ ਐਮਪੀਸ ਦੁਆਰਾ ਕਿ ਅਸੀਂ ਵੌਇਸ ਨਹੀਂ ਡਿਵੀਜ਼ਨ ਵੋਟ ਚਾਹੁੰਦੇ ਆ, ਪਰ ਉਹਨਾਂ ਨੇ ਕਿਹਾ ਕਿ ਅਸੀਂ ਡਿਵੀਜ਼ਨ ਆਫ ਵੋਟਸ ਉਦੋਂ ਹੀ ਕਰ ਸਕਦੇ ਹਾਂ ਜਦੋਂ ਸਾਰੇ ਮੈਂਬਰ ਆਪਣੀ ਸੀਟ ਤੇ ਬੈਠਣਗੇ। ਸੋ ਇਹ ਕਿੱਸਾ ਤੁਸੀਂ ਆਪਣੀ YouTube ਤੇ ਰਾਜ ਸਭਾ TV ਤੇ ਜਾ ਕੇ ਦੇਖ ਸਕਦੇ ਹੋ, ਸੈਸ਼ਨ ਨੰਬਰ 252। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ 3 ਸੈਕਿੰਡ ਲਈ ਆਵਾਜ਼ ਬੰਦ ਕਰ ਦਿੱਤੀ ਗਈ ਸੀ, ਸੋ ਜਿਸ ਸਮੇਂ ਲੋਕਾਂ ਨੇ ਡਿਵੀਜ਼ਨ ਦੀ ਮੰਗ ਕੀਤੀ ਸੀ, ਤੇ ਜਿਸ ਦਾ ਆਨਸਰ ਉਹ ਦੇ ਰਹੇ ਨੇ ਕਿ ਡਿਵੀਜ਼ਨ ਦੀ ਮੰਗ ਆਪਣੀ ਸੀਟ ਤੇ ਜਾ ਕੇ ਕਰੋ। ਤੇ ਇਹ ਡਿਮਾਂਡ ਰਿਜੈਕਟ ਕਰਨ ਤੋਂ ਬਾਅਦ ਉੱਥੇ ਬਹੁਤ ਜ਼ਿਆਦਾ ਰੌਲਾ ਪੈ ਗਿਆ, ਤੇ ਜਿਸ ਤੋਂ ਬਾਅਦ TMC ਦੇ MP ਡਰੈਕ ਓਬਰਾਏ ਨੇ ਪਾਰਲੀਮੈਂਟ ਦੀ ਰੂਲ ਬੁੱਕ ਦਿਖਾਉਂਦੇ ਹੋਏ ਕਿਹਾ ਕਿ ਜੇਕਰ ਇਹ ਡਿਵੀਜ਼ਨ ਆਫ ਵੋਟਸ ਨਹੀਂ ਕਰਾਏ ਜਾਣਗੇ ਤਾਂ ਇਹ ਵਾਇਲੇਸ਼ਨ ਆਫ ਕੰਡਕਟ ਹੋਵੇਗਾ, ਮਤਲਬ ਕਿ ਸ਼ਰੇਆਮ ਧੱਕਾ। ਤੇ ਜਿਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਬਹੁਤ ਸਾਰਾ ਰੌਲਾ ਪੈਂਦਾ ਹੈ ਇਸ ਚੀਜ਼ ਨੂੰ ਲੈ ਕੇ, ਤੇ ਮਾਈਕ ਵੀ ਤੋੜੇ ਜਾਂਦੇ ਨੇ
ਆਪੋਜੀਸ਼ਨ ਐਮਪੀਸ ਦੁਆਰਾ। ਪਰ ਮੀਡੀਆ ਦੇ ਵਿੱਚ ਇਹ ਦਿਖਾਇਆ ਗਿਆ ਕਿ ਡਰੇਕ ਓਬਰਾਏ ਨੇ ਰੂਲ ਬੁੱਕ ਪੜ੍ਹੀ ਹੈ ਚੇਅਰਮੈਨ ਦੇ ਸਾਹਮਣੇ, ਤੇ ਕੁੱਲ ਮਿਲਾ ਕੇ ਨਿਊਜ਼ ਦੇ ਵਿੱਚ ਇਸ ਤਰ੍ਹਾਂ ਦਿਖਾਇਆ ਗਿਆ ਕਿ ਦੂਜੀ ਪਾਰਟੀਆਂ ਵਾਲੇ ਐਮਪੀ ਲੋਕਤੰਤਰ ਦੀ ਰਿਸਪੈਕਟ ਨਹੀਂ ਕਰਦੇ। ਪਰ ਡਰੇਕ ਓਬਰਾਇਨ ਦਾ ਕਹਿਣਾ ਹੈ ਕਿ ਇਹਨਾਂ ਨੇ ਰੂਲ ਬੁੱਕ ਪੜ੍ਹੀ ਨਹੀਂ ਸੀ, ਬਲਕਿ ਇਹ ਰੂਲ ਬੁੱਕ ਉਹਨਾਂ ਨੂੰ ਦਿਖਾ ਰਹੇ ਸੀ, ਤੇ ਜਿਸ ਤੋਂ ਬਾਅਦ ਰਾਜ ਸਭਾ ਟੀਵੀ ਆਪਣੀ ਬ੍ਰਾਡਕਾਸਟ ਬੰਦ ਕਰ ਦਿੰਦਾ ਹੈ ਤੇ ਸਾਰੇ ਮਾਈਕਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਜੋ ਇਹ ਗੱਲਾਂ ਜਨਤਾ ਤੱਕ ਨਾ ਜਾ ਸਕਣ। ਸੋ ਜਿਸ ਤੋਂ ਬਾਅਦ ਡਰੇਕ ਓਬਰਾਇਨ ਦਾ ਕਹਿਣਾ ਹੈ ਕਿ ਉਹਨਾਂ ਨੇ ਮਹਿਸੂਸ ਕੀਤਾ ਕਿ ਰਾਜ ਸਭਾ ਟੀਵੀ ਨੂੰ ਸੈਂਸਰ ਕੀਤਾ ਜਾ ਰਿਹਾ ਹੋਵੇਗਾ, ਤੇ ਉਹਨਾਂ ਨੇ ਬਾਕੀ ਸਾਰੇ ਮੈਂਬਰਾਂ ਨੂੰ ਕਿਹਾ ਕਿ ਆਪਣੇ ਫੋਨ ਕੱਢੋ, ਉਹਨਾਂ ਨਾਲ ਵੀਡੀਓ ਬਣਾਉਣੀ ਸ਼ੁਰੂ ਕਰੋ ਤੇ ਜੋ ਇੱਥੇ ਹੋ ਰਿਹਾ ਉਸ ਨੂੰ ਰਿਕਾਰਡ ਕਰੋ ਤਾਂ ਜੋ ਲੋਕਾਂ ਤੱਕ ਇਹ ਪਹੁੰਚ ਸਕੇ। ਟੀਵੀ ਤੇ ਇਹ ਵੀਡੀਓ ਵੀ ਦਿਖਾਈ ਗਈ ਜਿਸ ਵਿੱਚ ਆਮ ਆਦਮੀ ਦੇ ਐਮਪੀ ਸੰਜੇ ਸਿੰਘ ਟੇਬਲ ਤੇ ਖੜ ਕੇ ਪ੍ਰੋਟੈਸਟ ਕਰ ਰਹੇ ਨੇ। ਸੋ ਜੇਕਰ ਹੁਣ ਮੀਡੀਆ ਸਿਰਫ ਇਹੀ ਵੀਡੀਓ ਦਿਖਾਵੇਗਾ ਤਾਂ ਆਮ ਆਦਮੀ ਦੇ ਦਿਮਾਗ ਵਿੱਚ ਇਹ ਗੱਲ ਆਵੇਗੀ ਕਿ ਐਵੇਂ ਹੀ ਆਪੋਜੀਸ਼ਨ ਵਾਲਿਆਂ ਨੇ ਗੰਦ ਪਾਇਆ, ਉੱਥੇ ਬਿਨਾਂ ਮਤਲਬ ਤੋਂ ਲੜੀ ਜਾਂਦੇ ਨੇ, ਕੰਮ ਇਹਨਾਂ ਤੋਂ ਕੋਈ ਹੁੰਦਾ ਨਹੀਂ ਤੇ ਨਾ ਹੀ ਇਹ ਦੂਜਿਆਂ ਨੂੰ ਕਰਨ ਦੇ ਰਹੇ ਨੇ। ਕਿਉਂ ਟੇਬਲ ਤੇ ਖੜਿਆ? ਉਦੋਂ ਤੱਕ ਉਹ ਇਨਸਾਨ ਲੋਕਾਂ ਦੀ ਨਿਗਾਹ ਵਿੱਚ ਵਿਲਨ ਹੀ ਦਿਖਾਈ ਦੇਵੇਗਾ, ਕਿਉਂਕਿ ਜਦੋਂ ਤੱਕ ਉਹਨਾਂ ਨੂੰ ਪੂਰੀ ਕਹਾਣੀ ਦਾ ਨਹੀਂ ਪਤਾ ਲੱਗੇਗਾ ਕਿ ਉਹ ਕਿਉਂ ਟੇਬਲ ਤੇ ਚੜਿਆ, ਉਦੋਂ ਤੱਕ ਉਹ ਇਨਸਾਨ ਲੋਕਾਂ ਦੀ ਨਿਗਾਹ ਵਿੱਚ ਵਿਲਨ ਹੀ ਦਿਖਾਈ ਦੇਵੇਗਾ, ਜੋ ਕਿ ਕੁਝ ਕੁ ਮੀਡੀਆ ਬਹੁਤ ਹੀ ਵਧੀਆ ਤਰੀਕੇ ਨਾਲ ਆਪੋਜੀਸ਼ਨ ਪਾਰਟੀਆਂ ਲਈ ਕਰਦਾ ਹੈ। ਤੇ ਟੀਐਮਸੀ ਦੇ ਐਮਪੀ ਡਰੇਕ ਓਬਰਾਇਨ ਦਾ ਇਹੀ ਕਹਿਣਾ ਸੀ ਕਿ ਕੁੱਲ ਮਿਲਾ ਕੇ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ ਤੇ ਅਸਲ ਵਿੱਚ VOTING ਨਹੀਂ ਕਰਾਈ ਗਈ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਕੋਲ ਇੰਨੇ ਨੰਬਰ ਨਹੀਂ ਸੀ ਰਾਜ ਸਭਾ ਦੇ ਵਿੱਚ ਇਹ ਬਿੱਲ ਪਾਸ ਕਰਾਉਣ ਲਈ, ਤੇ ਇਸ ਕਰਕੇ ਇਹਨਾਂ ਨੇ ਡਿਵੀਜ਼ਨ VOTING ਨਹੀਂ ਕਰਾਈ ਤੇ ਵੌਇਸ VOTING ਦੇ ਨਾਮ ਤੇ ਇਹਨਾਂ ਨੇ ਇਸ ਬਿੱਲ ਨੂੰ ਜਲਦੀ ਤੋਂ ਜਲਦੀ ਪਾਸ ਕਰ ਦਿੱਤਾ। ਤੇ ਹੁਣ ਤੁਸੀਂ ਸੋਚ ਸਕਦੇ ਹੋ ਕਿ ਰਾਜ ਸਭਾ ਕਿਉਂ ਬਣਾਈ ਗਈ ਹੈ, ਤਾਂ ਜੋ ਉੱਥੇ ਲੋਕਾਂ ਦੀ ਰਾਏ ਲਈ ਜਾਵੇ ਤੇ ਫਿਰ ਕੋਈ ਬਿੱਲ ਪਾਸ ਕੀਤਾ ਜਾਵੇ। ਸੋ ਹੁਣ ਜਿਹੜੇ ਲੋਕ ਫਾਰਮਰ ਬਿੱਲ ਦੀ ਸਪੋਰਟ ਕਰਦੇ ਨੇ ਜਾਂ ਬੇਸ਼ੱਕ ਨਹੀਂ ਵੀ ਕਰਦੇ, ਪਰ ਇਹ ਚੀਜ਼ ਤਾਂ ਉਹਨਾਂ ਨੂੰ ਮੰਨਣੀ ਪੈਣੀ ਹੈ ਕਿ ਜੋ ਰਾਜ ਸਭਾ ਦੇ ਵਿੱਚ ਹੋਇਆ ਇਹ ਬਹੁਤ ਹੀ ਗਲਤ ਹੋਇਆ। ਮਤਲਬ ਕੱਲ ਨੂੰ ਜੇਕਰ ਸਰਕਾਰ ਐਦਾਂ ਹੀ ਵੌਇਸ VOTING ਦੇ ਸਹਾਰੇ ਬਿੱਲ ਪਾਸ ਕਰਨ ਲੱਗੀ ਤਾਂ ਕੀ ਫਾਇਦਾ ਰਹੂਗਾ ਲੋਕਤੰਤਰ ਦਾ ਤੇ ਰਾਜ ਸਭਾ ਦਾ। ਤੇ ਇਸ ਤੋਂ ਬਾਅਦ ਰਾਜ ਸਭਾ ਦੇ ਚੇਅਰਮੈਨ ਨੇ ਦੂਜੀਆਂ ਪਾਰਟੀਆਂ ਦੇ 8 ਐਮਪੀਸ ਨੂੰ ਸਸਪੈਂਡ ਕਰ ਦਿੱਤਾ ਉਸ ਦਿਨ ਮਿਸਬਿਹੇਵ ਕਰਨ ਕਰਕੇ, ਤੇ ਇਹੀ 8 ਐਮਪੀ ਅੱਜ ਦੀ ਡੇਟ ਵਿੱਚ ਪਾਰਲੀਮੈਂਟ ਦੇ ਬਾਹਰ ਬੈਠੇ ਨੇ ਧਰਨਾ ਲਾ ਕੇ, ਨਾ ਕਿ ਉਸ ਵਜ੍ਹਾ ਕਰਕੇ ਜੋ ਉਸ ਦਿਨ ਹੋਇਆ ਸੀ, ਬਲਕਿ ਇਹ ਕਿਸਾਨ ਵਿਰੋਧੀ ਬਿੱਲ ਕਰਕੇ ਵੀ, ਤੇ ਜਿਨ੍ਹਾਂ ਦੇ ਨਾਮ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ। ਤੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ 22 ਸਤੰਬਰ ਨੂੰ 7 ਬਿੱਲ ਪਾਸ ਕੀਤੇ ਗਏ ਨੇ ਰਾਜ ਸਭਾ ਦੇ ਵਿੱਚ, ਪਰ ਹੁਣ ਕੋਈ ਆਪੋਜੀਸ਼ਨ ਉੱਥੇ ਮੌਜੂਦ ਨਹੀਂ ਸੀ, ਕੋਈ ਵੀ ਇਹਨਾਂ ਬਿੱਲਾਂ ਦਾ ਵਿਰੋਧ ਕਰਨ ਵਾਲਾ ਉੱਥੇ ਮੌਜੂਦ ਨਹੀਂ ਸੀ, ਕਿਉਂਕਿ ਜ਼ਿਆਦਾਤਰ ਪਾਰਟੀਆਂ ਬਾਹਰ ਉਹਨਾਂ ਐਮਪੀਆਂ ਦੇ ਨਾਲ ਧਰਨੇ ਤੇ ਸੀ ਜੋ ਸਸਪੈਂਡ ਹੋਏ ਸੀ, ਤੇ ਰਾਜ ਸਭਾ ਦੇ ਅੰਦਰ ਸਿਰਫ ਉਹਨਾਂ ਦੇ ਆਪਣੇ ਹੀ ਬੰਦੇ ਸੀ, ਤੇ ਜੋ ਕਿ ਉਸ ਸਮੇਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ। ਸੋ ਇਹ ਕੁਝ ਸੱਚਾਈਆਂ ਨੇ, ਪਰ ਸਾਰੇ ਲੀਡਰ ਮਾੜੇ ਵੀ ਨਹੀਂ ਹੁੰਦੇ, ਪਰ ਬਾਕੀਆਂ ਕਰਕੇ ਉਹਨਾਂ ਦਾ ਨਾਮ ਵੀ ਮਾੜਿਆਂ ਵਿੱਚ ਗਿਣਿਆ ਜਾਂਦਾ ਹੈ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ, ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਸੋ ਜੇਕਰ ਤੁਸੀਂ ਇਹ ਵੀਡੀਓ ਨੂੰ ਹੁਣ ਤੱਕ ਦੇਖ ਰਹੇ ਹੋ ਤਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਗੱਲਾਂ ਜੋ ਤੁਸੀਂ ਸੁਣੀਆਂ ਨੇ ਇਹ ਸਰਕਾਰ ਨੇ ਦੇਣੀਆਂ ਤਾਂ ਹੈ ਨਹੀਂ, ਪਰ ਜੋ ਕਿਸਾਨਾਂ ਦੇ ਹੱਕ ਉਹਨਾਂ ਦੇ ਕੋਲ ਹੈ ਉਹਨਾਂ ਨੂੰ ਖੋਵੇ ਤਾਂ ਨਾ।